हाँ जी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਕੱਲ੍ਹ ਦੀ ਕਲਾਸ ਵਿੱਚ ਵਿਚਾਰਿਆ ਸੀ ਕਿ ਕਿਸ ਤਰ੍ਹਾਂ ਅਬਦਾਲੀ ਨੇ ਹਿੰਦੁਸਤਾਨ ਦੇ ਉੱਤੇ ਵੱਖ-ਵੱਖ ਜਿਹੜੇ ਹਮਲੇ ਕੀਤੇ ਤੇ ਸਮੇਂ-ਸਮੇਂ ਅਨੁਸਾਰ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਆਪਣੀ ਧੌਂਸ ਜਮਾਉਣ ਦਾ ਜਿਹੜਾ ਵਾ ਉਹ ਕਾਫੀ ਇਹਨੇ ਯਤਨ ਕੀਤਾ। ਸਮਾਂ ਪਾ ਕੇ ਇਹ ਆਪਣੇ ਵੱਖ-ਵੱਖ ਸੂਬਿਆਂ ਦੇ ਵਿੱਚ ਸੂਬੇਦਾਰ ਵੀ ਸਥਾਪਿਤ ਕਰਦਾ ਗਿਆ, ਪਰ ਸਿੱਖਾਂ ਨੇ ਇਹਦੀ ਪੇਸ਼ ਨਹੀਂ ਜਾਣ ਦਿੱਤੀ। ਲਗਭਗ 1764 ਈਸਵੀ ਤੱਕ ਸਿੱਖਾਂ ਨੇ ਫਿਰ ਦੁਬਾਰਾ ਪੰਜਾਬ ਦੀ, ਲਾਹੌਰ ਦੀ, ਇਹਨਾਂ ਵੱਖ-ਵੱਖ ਥਾਵਾਂ ਦੀ ਜਿਹੜੀ ਆ ਭਾਵ ਹਿੰਦੁਸਤਾਨ ਦੇ ਉੱਤੇ ਆਪਣਾ ਜਿਹੜਾ ਸੀ ਉਹ ਦਬਦਬਾ ਬਣਾ ਲਿਆ, ਆਪਣੇ ਕਿਲ੍ਹੇ ਬਣਾ ਲਏ। ਹੁਣ ਅਬਦਾਲੀ ਜਿਹੜਾ ਸੀ ਉਹ ਖਾਰ ਖਾਂਦਾ ਸੀ ਸਿੱਖਾਂ ਦੇ ਕੋਲੋਂ, ਕਿਉਂਕਿ ਹਰ ਵਾਰ ਜਦੋਂ ਵੀ ਇਹ ਹਿੰਦੁਸਤਾਨ ਦੀ ਧਰਤੀ ਤੇ ਆਇਆ, ਸਿੱਖਾਂ ਨੇ ਇਹਨੂੰ ਖੂਬ ਲੁੱਟਿਆ, ਖੂਬ ਮਾਰਿਆ, ਅੱਤ ਦਾ ਇਹਦਾ ਨੁਕਸਾਨ ਕੀਤਾ। ਇਹ ਕਿਤੇ ਵੀ ਕਿਸੇ ਦੇ ਕੋਲੋਂ ਵੀ ਦੱਬਦਾ ਨਹੀਂ ਸੀ, ਪਰ ਜੇ ਦੱਬਦਾ ਸੀ ਤੇ ਕੇਵਲ ਸਿੱਖ ਹੀ ਇਹਨੂੰ ਦਬਾਉਂਦੇ ਸਨ। ਸਿੱਖਾਂ ਨੇ ਇਹਦੇ ਉੱਤੇ ਜਿਹੜਾ ਸੀ ਉਹ ਅਤਿਆਚਾਰ ਕੀਤਾ ਤੇ ਇਹ ਸਿੱਖਾਂ ਦੇ ਉੱਤੇ ਧੌਂਸ ਜਮਾਉਣ ਵਾਸਤੇ ਫਿਰ 7ਵੀਂ ਵਾਰ ਜਿਹੜਾ ਅੱਜ ਅਸੀਂ ਇਤਿਹਾਸ ਜਿਹੜਾ ਵਾ ਉਹ ਸਰਵਣ ਕਰਨਾ ਨਾ, ਇਹ ਅਬਦਾਲੀ ਦਾ 7ਵਾਂ ਹਮਲਾ ਜਿਹੜਾ ਵਾ ਉਹਦਾ ਇਤਿਹਾਸ ਹੈ। ਸੋ ਸਾਰੀ ਸੰਗਤ ਇੱਕ ਵਾਰੀ ਪਿਆਰ ਸਾਹਿਬ ਤੇ ਗੁਰਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਨਾ, ਤੇ ਸਰਦਾਰ ਸੋਹਣ ਸਿੰਘ ਜੀ ਸੀਡਰ ਸਰਦਾਰ ਸੋਹਣ ਸਿੰਘ ਜੀ ਸੀਤਲ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਦੋਂ ਸਾਰੀਆਂ ਖਬਰਾਂ ਪੁੱਜੀਆਂ ਨਾ ਅਬਦਾਲੀ ਨੂੰ, ਇਹ ਸਾਰਾ ਕੁਝ ਦੇਖਿਆ ਕਿ ਕਿਸ ਤਰ੍ਹਾਂ ਸਿੱਖਾਂ ਨੇ ਉਹਦੇ ਨਵਾਬਾਂ ਨੂੰ, ਉਹਦੇ ਸੂਬੇਦਾਰਾਂ ਨੂੰ, ਉਹਦੇ ਜਿਹੜੇ ਪੈਰੋਕਾਰ ਸਨ ਉਹਨਾਂ ਨੂੰ ਨੱਪ ਲਿਆ। ਇਹ ਸਾਰੀਆਂ ਖਬਰਾਂ ਸੁਣਨ ਤੋਂ ਬਾਅਦ ਇਹ 7ਵੀਂ ਵਾਰ ਫਿਰ ਜਿਹੜਾ ਵਾ ਉਹ ਪੰਜਾਬ ਵੱਲ ਨੂੰ ਤਿਆਰ ਹੋ ਪਿਆ। ਫਰਵਰੀ 1764 ਈਸਵੀ ਨੂੰ ਉਹਨੇ ਆਪਣੇ ਜਰਨੈਲ ਜਹਾਨ ਖਾਨ ਨੂੰ ਸਭ ਤੋਂ ਪਹਿਲਾਂ ਅੱਗੇ ਤੋਰਿਆ। ਜਹਾਨ ਖਾਨ ਸਿਆਲਕੋਟ ਪੁੱਜਾ। ਜਦੋਂ ਇਹ ਸਿਆਲਕੋਟ ਪੁੱਜਦਾ ਏ ਤੇ ਸਿੰਘਾਂ ਨੇ ਇਹਨੂੰ ਜਿਹੜਾ ਵਾ ਜਹਾਨ ਖਾਨ ਨੂੰ ਘੇਰਾ ਪਾ ਲਿਆ। ਜਦੋਂ ਜਹਾਨ ਖਾਨ ਲੜਾਈ ਵਿੱਚ ਲੜਦਾ ਏ ਤੇ ਉਸ ਸਮੇਂ ਇਹਦੇ ਘੋੜੇ ਨੂੰ ਗੋਲੀ ਵੱਜਦੀ ਹੈ। ਘੋੜੇ ਦੇ ਗੋਲੀ ਵੱਜਣ ਕਾਰਨ ਘੋੜੇ ਦੀ ਮੌਤ ਹੋ ਜਾਂਦੀ ਹੈ ਤੇ ਉਸ ਮੌਤ ਦੇ ਕਾਰਨ ਜਦੋਂ ਘੋੜਾ ਧਰਤੀ ਤੇ ਡਿੱਗਦਾ ਤੇ ਨਾਲ ਹੀ ਜਿਹੜਾ ਜਹਾਨ ਖਾਨ ਉਹ ਧਰਤੀ ਦੇ ਨਾਲ ਹੀ ਡਿੱਗ ਪੈਂਦਾ। ਸਿੰਘਾਂ ਨੇ ਸਮਝਿਆ ਕਿ ਜਹਾਨ ਖਾਨ ਮਰ ਗਿਆ। ਜਦੋਂ ਇਹ ਮਨ ਦੇ ਵਿੱਚ ਇਹਨਾਂ ਨੇ ਸਮਝ ਲਿਆ ਸਿੰਘਾਂ ਨੇ ਕਿ ਜਹਾਨ ਖਾਨ ਮਰ ਗਿਆ ਤੇ ਫਿਰ ਇਹਨਾਂ ਜਕਾਰੇ ਛੱਡੇ। ਜਕਾਰੇ ਛੱਡਦੇ ਹੋਏ ਆਪਣੇ ਕੋਲ ਕਿਰਪਾਨਾਂ ਨੂੰ ਹੱਥਾਂ ਵਿੱਚ ਪਕੜ ਕੇ ਤਾਂ ਨੂੰ ਲਹਿਰਾਉਂਦੇ ਹੋਏ, ਜੋਸ਼ ਦੇ ਨਾਲ ਜਕਾਰੇ ਛੱਡਦੇ ਹੋਏ ਜਿਹੜਾ ਵਾ ਇਹ ਵੈਰੀ ਦੇ ਉੱਤੇ ਟੁੱਟ ਕੇ ਪੈ ਗਏ। ਇੱਧਰ ਜਹਾਨ ਖਾਨ ਤੇ ਬਚਦਾ ਬਚਾਉਂਦਾ ਆਪਣੀ ਜਾਨ ਬਚਾ ਕੇ ਪਿਸ਼ਾਵਰ ਨੂੰ ਨੱਸ ਗਿਆ, ਪਰ ਜਿਹੜੀ ਉਹਦੀ ਫੌਜ ਸੀ ਨਾ ਉਹ ਸਿੰਘਾਂ ਦੀ ਇਸ ਲੜਾਈ ਵਿੱਚ ਕਾਫੀ ਮਾਰੀ ਗਈ। ਡਟ ਕੇ ਇੱਥੇ ਜਿਹੜਾ ਵਾ ਸਿੰਘਾਂ ਨੇ ਮੁਕਾਬਲਾ ਕੀਤਾ। ਉਸ ਤੋਂ ਬਾਅਦ ਜਿਹੜਾ ਜਹਾਨ ਖਾਨ ਜਿੱਥੇ ਇੱਥੇ ਆਣ ਕੇ ਬੈਠਾ ਸੀ ਸਿਆਲਕੋਟ, ਉਹ ਉੱਥੇ ਜਿੱਥੇ ਬੈਠਾ ਸੀ, ਜਿੱਥੇ ਡੇਰਾ ਜਮਾਇਆ ਸੀ ਸਿੰਘਾਂ ਨੇ, ਉਹ ਸਾਰੇ ਦਾ ਸਾਰਾ ਡੇਰਾ ਲੁੱਟ ਲਿਆ। ਹੁਣ ਅਬਦਾਲੀ ਦੀ ਚੜ੍ਹਾਈ ਦੀ ਖਬਰ ਜਦੋਂ, ਕਿਉਂਕਿ ਅਜੇ ਤੇ ਜਹਾਨ ਖਾਨ ਨੂੰ ਪਿਛਾਂਹ ਭੇਜਿਆ ਤੇ ਜਹਾਨ ਖਾਨ ਦਾ ਆਉਣਾ ਸਮਝ ਸੀ ਕਿ ਅਬਦਾਲੀ ਜਿਹੜਾ ਵਾ ਉਹ ਸਿੰਘਾਂ ਦੇ ਉੱਤੇ ਚੜ੍ਹ ਕੇ ਆ ਰਿਹਾ। ਅਬਦਾਲੀ ਦੀ ਚੜ੍ਹਾਈ ਦੀ ਖਬਰ ਸੁਣ ਕੇ ਸਿੰਘਾਂ ਨੇ ਆਪਣੇ ਜਿਹੜੇ ਪਰਿਵਾਰ ਸਨ ਉਹ ਜੰਮੂ ਨੂੰ ਤੋਰ ਦਿੱਤੇ। ਪਤਾ ਸੀ ਕਿ ਹਮਲਾ ਬਹੁਤ ਤਗੜਾ ਹੋਵੇਗਾ, ਪਰਿਵਾਰਾਂ ਦਾ ਨੁਕਸਾਨ ਨਾ ਹੋਵੇ, ਇਸ ਕਰਕੇ ਵੈਰੀ ਦੇ ਟਾਕਰੇ ਵਾਸਤੇ ਆਪ ਤਿਆਰ ਹੋਣ ਲਈ ਆਪਣੇ ਪਰਿਵਾਰਾਂ ਨੂੰ ਪਹਿਲਾਂ ਸੇਫ ਜਗ੍ਹਾ ਤੇ ਪਹੁੰਚਾ ਦਿੱਤਾ ਗਿਆ। ਜਹਾਨ ਖਾਨ ਹਾਰ ਖਾ ਕੇ ਮੁੜਿਆ ਸੀ।
ਜਦੋਂ ਜਹਾਨ ਖਾਨ ਨੂੰ ਹਾਰ ਖਾ ਕੇ ਮੁੜਿਆ, ਵੇਖਿਆ ਅਬਦਾਲੀ ਦੇ ਅੰਦਰ ਅੱਗ ਲੱਗੀ ਕਿ ਮੈਂ ਇਹਨਾਂ ਨੂੰ ਇੰਨਾ ਦਬਾਉਂਦਾ, ਇਹ ਫਿਰ ਵੀ ਦੱਬਦੇ ਨਹੀਂ। ਉਹਨੇ ਕੀ ਕੀਤਾ ਕਿ ਸਿਆਲਕੋਟ, ਪਸ਼ਰੂਰ ਇਹਦੇ ਰਾਹ ਸਿੱਧਾ ਚੱਲ ਕੇ ਕਲਾਨੌਰ ਆਣ ਕੇ ਉਹਨੇ ਡੇਰਾ ਕੀਤਾ। ਅੱਗੋਂ ਉਸ ਸਮੇਂ ਜਦੋਂ ਜਹਾਨ ਖਾਨ ਨੂੰ ਇਹ ਪਤਾ ਚੱਲਿਆ, ਮਾਫ ਕਰਨਾ ਅਬਦਾਲੀ ਨੂੰ, ਤੇ ਅਬਦਾਲੀ ਸਿੱਧਾ ਕਲਾਨੌਰ ਪੁੱਜਾ ਨਾ, ਤੇ ਉਧਰੋਂ ਸਿੱਖਾਂ ਨੂੰ ਜਦੋਂ ਪਤਾ ਚੱਲਿਆ, ਸਿੱਖਾਂ ਨੇ ਦੀਨਾਨਗਰ ਦੇ ਕੋਲ ਅੱਗੋਂ ਵੱਧ ਕੇ ਇਧਰੋਂ ਇਹ ਕਲਾਨੌਰ ਆ ਤੇ ਉਧਰੋਂ ਦੀਨਾਨਗਰ, ਜਦੋਂ ਡੇਰਾ ਬਾਬਾ ਨਾਨਕ ਤੋਂ ਗੁਰਦਾਸਪੁਰ ਨੂੰ ਜਾਈਏ, ਰਸਤੇ ਵਿੱਚ ਕਲਾਨੌਰ ਸ਼ਹਿਰ ਆਉਂਦਾ। ਉਧਰੋਂ ਜਦੋਂ ਆਪਾਂ ਜੰਮੂ ਕਸ਼ਮੀਰ ਵੱਲੋਂ ਆਉਂਦੇ ਆ, ਪਠਾਨਕੋਟ ਰਸਤੇ ਤੇ ਦੀਨਾਨਗਰ ਜਿਹੜਾ ਉਹ ਰਸਤੇ ਵਿੱਚ ਆਉਂਦਾ। ਦੀਨਾਨਗਰ ਤੋਂ ਅੱਗੇ ਫਿਰ ਗੁਰਦਾਸਪੁਰ ਆ। ਸਿੱਖਾਂ ਨੇ ਦੀਨਾਨਗਰ ਦੇ ਕੋਲ ਜਾ ਕੇ ਇਸ ਉੱਤੇ ਹਮਲਾ ਕਰ ਦਿੱਤਾ। ਹੁਣ ਸਿੱਖ ਜਿਹੜੇ ਸਨ, ਭਾਰੀਆਂ ਸੱਟਾਂ ਵੱਜੀਆਂ ਸਨ, ਤਗੜੇ ਹਾਕਮ ਦੇ ਨਾਲ ਇਹਨਾਂ ਦੀ ਲੜਾਈ ਸੀ। ਜਦੋਂ ਤਗੜੇ ਹਾਕਮ ਦੇ ਨਾਲ ਲੜਾਈ ਹੋਵੇ ਤੇ ਉਹਨੂੰ ਬਾਰ-ਬਾਰ ਹਰਾਇਆ ਹੋਵੇ, ਉਹਨੂੰ ਲੁੱਟਿਆ ਹੋਵੇ, ਤੇ ਫਿਰ ਹੌਸਲੇ ਬੁਲੰਦ ਹੋ ਜਾਂਦੇ ਨੇ। ਇੰਨੇ ਸਮੇਂ ਦੇ ਵਿੱਚ ਸਿੱਖਾਂ ਦੇ ਇੰਨੇ ਹੌਸਲੇ ਬੁਲੰਦ ਹੋ ਗਏ ਸਨ ਕਿ ਹੁਣ ਇਹ ਅਬਦਾਲੀ ਦੇ ਨਾਂ ਤੋਂ ਡਰਦੇ ਨਹੀਂ ਸਨ। ਇਹਨਾਂ ਨੇ ਅੱਗੇ ਵੱਧ ਕੇ ਜਦੋਂ ਹਮਲਾ ਕੀਤਾ ਤੇ ਤਗੜੇ ਹੋ ਕੇ, ਇੰਨੇ ਦਲੇਰ ਹੋ ਕੇ ਲੜੇ ਕਿ ਇਸ ਹਰ ਸਿੱਖ ਇਹ ਚਾਹੁੰਦਾ ਸੀ ਕਿ ਮੇਰੀ ਟੱਕਰ ਜਿਹੜੀ ਸਿੱਧੀ ਅਬਦਾਲੀ ਦੇ ਨਾਲ ਹੋਵੇ। ਭਾਵ ਅਬਦਾਲੀ ਦੇ ਨਾਲ ਲੜਨਾ ਚਾਹੁੰਦੇ ਸਨ ਸਿੱਖ। ਸਿੱਖਾਂ ਦੇ ਮਨ ਅੰਦਰ ਸੀ ਕਿ ਬਾਕੀ ਫੌਜਾਂ ਦੇ ਨਾਲ ਨਹੀਂ, ਫੌਜਾਂ ਤੇ ਕੁਛ ਵੀ ਨਹੀਂ, ਹੁਣ ਅਬਦਾਲੀ ਆਪਣੇ ਘੋੜੇ ਤੋਂ ਉਤਰ ਕੇ ਆਏ, ਉਹਦੇ ਨਾਲ ਦੋ ਹੱਥ ਕਰੀਏ, ਉਹਨੂੰ ਪਤਾ ਲੱਗੇ ਕਿ ਸਿੱਖਾਂ ਦੇ ਵਿੱਚ ਕਿੰਨੀ ਤਾਕਤ ਹੈ। ਇੱਥੋਂ ਅਬਦਾਲੀ ਜਦੋਂ ਇਹ ਝਗੜਾ ਹੋਇਆ, ਇੱਥੇ ਲੜਾਈ ਹੋਈ ਆ, ਇਸ ਲੜਾਈ ਤੋਂ ਬਾਅਦ ਅਬਦਾਲੀ ਜਿਹੜਾ ਲਾਹੌਰ ਨੂੰ ਉਤਰਿਆ। ਜਦੋਂ ਲਾਹੌਰ ਨੂੰ ਜਾਂਦਾ ਹੋਇਆ, ਬਟਾਲੇ ਕੋਲ ਸਰਬੁਲੰਦ ਖਾਂ, ਜਿਹਦੇ ਕੋਲ 8000 ਜਿਹੜਾ ਵਾ ਫੌਜ ਆ, ਇਹ ਸਰਬੁਲੰਦ ਖਾਂ ਜਿਹੜਾ ਵਾ 8000 ਫੌਜ ਦੇ ਨਾਲ ਇਹਨੂੰ ਮਿਲਿਆ ਅਬਦਾਲੀ ਨੂੰ। ਇੱਥੇ ਦੁਬਾਰਾ ਫਿਰ ਸਿੱਖਾਂ ਨੇ ਬਟਾਲੇ ਦੇ ਕੋਲ ਆਣ ਕੇ ਫਿਰ ਇਹਦੇ ਉੱਤੇ ਹਮਲਾ ਕੀਤਾ। ਦੁਬਾਰਾ ਇਹਨੂੰ ਜਿਹੜਾ ਵਾ ਇੱਥੇ ਚੰਗੇ ਹੱਥ ਵਿਖਾਏ, ਤੇ ਉਸ ਤੋਂ ਬਾਅਦ ਜਦੋਂ ਇੱਥੇ ਸਿੰਘਾਂ ਨੇ ਇਹਦੇ ਤੇ ਹਮਲਾ ਕੀਤਾ ਤੇ ਸਰਬੁਲੰਦ ਖਾਂ ਜਿਹੜਾ ਸੀ ਉਹ ਜ਼ਖਮੀ ਹੋ ਗਿਆ। ਹੁਣ ਅਬਦਾਲੀ ਪੂਰੀ ਤਰ੍ਹਾਂ ਇੱਕ ਵਾਰੀ ਹਾਰ ਗਿਆ, ਤੇ ਹਾਰਨ ਤੋਂ ਬਾਅਦ ਜੰਡਿਆਲੇ ਆਕਲਦਾਸ ਕੋਲ ਇੱਥੇ ਆਣ ਕੇ ਲੁਕ ਗਿਆ। ਵੇਖੋ ਕਿੰਨੀ ਤਾਕਤ ਹੈ ਸਿੱਖਾਂ ਦੇ ਵਿੱਚ, ਕਿੰਨਾ ਹੌਸਲਾ, ਕਿੰਨੀ ਇਹ ਨਿਡਰਤਾ। ਇਹ ਕੇਵਲ ਸਤਿਗੁਰੂ ਦੀ ਬਖਸ਼ਿਸ਼ ਹੈ ਨਾ, ਉਹਨੇ ਆਪਣਾ ਖਾਲਸਾ ਹੀ ਇਸੇ ਕਰਕੇ ਸਾਜਿਆ ਸੀ। ਤੇ ਅਕਾਲ ਪੁਰਖ ਕੀ ਫੌਜ ਹੈ ਵੀ ਇਹ ਖਾਲਸਾ, ਅਕਾਲ ਪੁਰਖ ਕੀ ਫੌਜ ਆ। ਵਾਕਈ ਇਹਦੇ ਅੰਦਰ ਕੋਈ ਡਰ ਨਹੀਂ। ਫਿਰ ਇਹ ਮੌਤ ਨੂੰ ਮਖੌਲਾਂ ਕਰਦੇ ਨੇ, ਇਹ ਕਿਸੇ ਦੀ ਟਹਿ ਨਹੀਂ ਮੰਨਦੇ। ਅਬਦਾਲੀ ਵਰਗੇ ਦੇ ਕੋਲੋਂ ਹਰ ਪਾਸੇ ਹਿੰਦੁਸਤਾਨ ਖਾਸ ਕਰਕੇ ਥਰ-ਥਰ ਕੰਬਦਾ ਸੀ, ਪਰ ਇੱਧਰ ਸਿੱਖ ਜਿਹੜੇ ਸਨ ਉਹ ਅਬਦਾਲੀ ਦੇ ਪਿੱਛੇ ਚੜੇ ਹੋਏ ਨੇ। ਤੇ ਅਬਦਾਲ ਇੱਥੋਂ ਤੱਕ ਕਿ ਹੁਣ 7ਵੇਂ ਹਮਲੇ ਦੇ ਵਿੱਚ ਜਦੋਂ ਦੋ ਲੜਾਈਆਂ, ਇੱਕ ਦੀਨਾਨਗਰ ਦੀ ਤੇ ਦੂਜੀ ਬਟਾਲੇ ਦੀ, ਜਦੋਂ ਇਹਨਾਂ ਦੋਵਾਂ ਲੜਾਈਆਂ ਦੇ ਵਿੱਚ ਹਾਰ ਮਿਲੀ, ਫਿਰ ਇਹ ਡਰਦਾ ਡਰਾਉਂਦਾ ਜਿਹੜਾ ਉਹ ਸਰਬੁਲੰਦ ਖਾਂ ਦੇ ਮਾਫ ਕਰਨਾ ਸਰਬੁਲੰਦ ਖਾਂ ਦੇ ਕੋਲੋਂ ਜਦੋਂ ਹਾਰ ਕੇ ਬਟਾਲੇ ਦੇ ਵਿੱਚੋਂ ਆਉਂਦਾ ਤੇ ਜੰਡਿਆਲੇ ਦੇ ਆਕਲਦਾਸ ਕੋਲ ਆਣ ਕੇ ਲੁਕਦਾ, ਜੰਡਿਆਲੇ ਦੇ ਕੋਲ। ਸੋ ਇਹ ਘਟਨਾ ਜਿਹੜੀ ਹੈ, ਕਿਉਂਕਿ ਫਰਵਰੀ ਵਿੱਚ ਆਉਂਦਾ ਹੈ ਤੇ ਮਾਰਚ 1764 ਈਸਵੀ ਵਿੱਚ ਹੋਈ। ਖਾਲਸੇ ਨੇ ਜੰਡਿਆਲੇ ਕੋਲ ਅਬਦਾਲੀ ਦੀ ਫੌਜ ਉੱਤੇ ਹਮਲਾ ਕੀਤਾ। ਲੜਾਈ ਵਿੱਚ ਰਹੀਮ ਖਾਂ ਬਖਸ਼ੀ ਮਾਰਿਆ ਗਿਆ ਤੇ ਦੁਰਾਨੀ ਫੌਜ ਹਾਰ ਖਾ ਕੇ ਜੰਡਿਆਲੇ ਦੇ ਕਿਲੇ ਵਿੱਚ ਜਾ ਵੜੀ। ਜੰਡਿਆਲੇ ਵਿੱਚ ਖਾਲਸੇ ਨੇ ਅਬਦਾਲੀ ਨੂੰ ਟਿਕਣ ਨਾ ਦਿੱਤਾ। ਉਹ ਡਰਦਾ ਉੱਥੋਂ ਉੱਠ ਕੇ ਲਾਹੌਰ ਦੇ ਕਿਲੇ ਵਿੱਚ ਜਾ ਲੁਕਿਆ। ਸਿੱਖ ਇੱਥੇ ਵੀ ਦੁਰਾਨੀ ਬਾਦਸ਼ਾਹ ਨੂੰ ਆਪ ਧਮਕਾਉਣ ਲੱਗੇ। ਉਹ ਜਥੇ ਬਣਾ ਕੇ ਲਾਹੌਰ ਦੇ ਬਾਹਰ ਫਿਰਦੇ ਤੇ ਕਿਲੇ ਕਿਸੇ ਦੁਰਾਨੀ ਨੂੰ ਸ਼ਹਿਰੋਂ ਬਾਹਰ ਨਾ ਨਿਕਲਣ ਦਿੰਦੇ। 2 ਸਤਵਾਰੇ ਲਾਹੌਰ ਵਿੱਚ ਰਹਿ ਕੇ, ਭਾਵ 2 ਹਫ਼ਤੇ ਲਗਭਗ, ਅਬਦਾਲੀ ਜਿਹੜਾ ਵਾ
ਵਾਪਸ ਕਾਬਲ ਨੂੰ ਤੁਰ ਪਿਆ। ਜਦ ਉਹ ਰਾਵੀ ਟੱਪ ਰਿਹਾ ਸੀ, ਸਿੰਘਾਂ ਨੇ ਉਸ ਦੀ ਫੌਜ ਉੱਤੇ ਫਿਰ ਹਮਲਾ ਕੀਤਾ। ਸਿੱਖ ਦੁਰਾਨੀ ਫੌਜ ਨੂੰ ਲੁੱਟ ਕੇ ਮਾਰਦੇ ਸਨ ਤੇ ਅਬਦਾਲੀ ਸਾਹਮਣੇ ਖਲੋਤਾ ਵੇਖ ਰਿਹਾ ਸੀ। ਇਹ ਸਭ ਕੁਝ ਇਸ ਤਰ੍ਹਾਂ ਹੋ ਰਿਹਾ ਸੀ। ਜਿੰਨੀ ਕੋ ਫੌਜ ਰੱਥ ਤੇ ਅਬਦਾਲੀ ਦੇ ਕੋਲ ਜਿੰਨੀ ਕੁ ਫੌਜ ਸੀ ਉਹ ਕਿਰਾਏ ਦੀ ਸੀ। ਇਹ ਸਾਰੀ ਇੰਨੀ ਕੀ ਜਿਹੜੀ ਕਿਰਾਏ ਦੀ ਫੌਜ ਸੀ ਇਹੀ ਬਚੀ ਸੀ। ਅਬਦਾਲੀ ਫਿਰ ਉਹਨੂੰ ਲੈ ਕੇ ਕਾਬਲ ਨੂੰ ਜਿਹੜਾ ਉਹ ਚੱਲ ਪਿਆ। ਇਹ ਉਹੀ ਅਬਦਾਲੀ ਹੈ। ਮੈਂ ਆਪ ਜੀ ਦੇ ਨਾਲ ਜ਼ਿਕਰ ਕਰਾਂ ਕਿ ਜੋ ਪਿਛਲੇ ਸਮੇਂ ਹਮਲੇ ਵਿੱਚ ਘੱਲੂਘਾਰੇ ਇਸ ਸਮੇਂ ਕਹਿੰਦਾ ਸੀ ਕਿ ਮੈਂ ਹਿੰਦ ਵਿੱਚੋਂ ਸਿੱਖਾਂ ਦਾ ਖਾਤਮਾ ਕਰ ਚੱਲਿਆ, ਜਿਸਨੇ ਪਿਛਲੇਰੇ ਸਾਲ ਪਾਣੀਪਤ ਦੀ ਤੀਜੀ ਲੜਾਈ ਵਿੱਚ ਮਰਹੱਟਿਆਂ ਨੂੰ ਹਰਾਇਆ ਸੀ। ਅੱਜ ਉਹੀ ਅਬਦਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘਾਂ ਤੋਂ ਡਰਦਾ ਹੋਇਆ ਘਰ ਨੂੰ ਭੱਜ ਰਿਹਾ। ਇਹ ਉਹਦਾ 7ਵਾਂ ਹਮਲਾ ਸੀ ਤੇ 7ਵੇਂ ਹਮਲੇ ਦੇ ਵਿੱਚ ਇਹਦੀ ਦੱਬ ਕੇ ਸਿੱਖਾਂ ਨੇ ਕੁਟਾਈ ਕੀਤੀ, ਭਾਵ ਇਹਨੂੰ ਦੜਾ ਮਾਰਿਆ। ਇਹ ਡਰਦਾ ਹੋਇਆ ਹੁਣ ਲੁਕਦਾ ਆਇਆ ਸੀ ਸਿੱਖਾਂ ਨੂੰ ਦਬਾਉਣ ਵਾਸਤੇ, ਪਰ ਆਪ ਇਹ ਡਰਦਾ ਹੋਇਆ ਜਿਹੜਾ ਵਾ ਲੁਕਦਾ ਲੁਕਾਉਂਦਾ ਜਿਹੜਾ ਵਾ ਉਹ ਆਪ ਪਛਾਣ ਨੂੰ ਚਾਲੇ ਪਾ ਗਿਆ। ਹੁਣ ਸਰਦਾਰ ਹਰੀ ਸਿੰਘ ਭੰਗੀ ਦਾ ਜਥਾ ਲਾਹੌਰ ਦੁਆਲੇ ਹੋਇਆ ਤੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਅਬਦਾਲੀ ਦੇ ਮਗਰ ਲੱਗ ਗਿਆ। ਇਸ ਵਾਰ ਅਬਦਾਲੀ ਆਪਣੀ ਫੌਜ ਦੇ ਅੱਗੇ ਜਾ ਰਿਹਾ ਸੀ ਤੇ ਉਸ ਦੀ ਫੌਜ ਦੇ ਪਿਛਲੇ ਹਿੱਸੇ ਉੱਤੇ ਸਰਦਾਰ ਚੜ੍ਹਤ ਸਿੰਘ ਛਾਪੇ ਮਾਰਦਾ ਜਾਂਦਾ ਸੀ। ਇਹ ਖੇਡ ਜੇਹਲਮ ਦੇ ਕੰਢਿਆਂ ਤੱਕ ਹੁੰਦੀ ਗਈ। ਅਬਦਾਲੀ ਕਾਬਲ ਚਲਾ ਗਿਆ ਤੇ ਚੜ੍ਹਤ ਸਿੰਘ ਨੇ ਕਿਲਾ ਰੋਹਤਾਸ ਨੂੰ ਘੇਰਾ ਪਾ ਲਿਆ। ਉੱਥੋਂ ਦਾ ਦੁਰਾਨੀ ਹਾਕਮ ਸਰਫਰਾਜ਼ ਖਾਂ ਕਿਲੇ ਵਿੱਚੋਂ ਗੋਲੇ ਬਣਾਉਣ ਲੱਗ ਪਿਆ। ਸਰਦਾਰ ਚੜ੍ਹਤ ਸਿੰਘ ਇਸ ਤਰ੍ਹਾਂ ਆਪਣੀ ਫੌਜ ਦਾ ਨੁਕਸਾਨ ਹੁੰਦਾ ਵੇਖ ਕੇ ਘੇਰਾ ਉਠਾ ਕੇ ਪਛਾਣ ਹੋ ਗਿਆ। ਸਰਫਰਾਜ਼ ਖਾਂ ਸਿੰਘਾਂ ਦੀ ਇਸ ਚਾਲ ਵਿੱਚ ਆ ਗਿਆ। ਉਹਨੇ ਕਿਲਿਓਂ ਬਾਹਰ ਨਿਕਲ ਕੇ ਸਿੰਘਾਂ ਦਾ ਪਿੱਛਾ ਕੀਤਾ। ਜਦ ਉਹ ਕਿਲਿਓਂ ਦੂਰ ਬਾਹਰ ਗਿਆ ਨਾ ਤੇ ਸਰਦਾਰ ਚੜ੍ਹਤ ਸਿੰਘ ਨੇ ਪਿੱਛੇ ਪਰਤ ਕੇ ਧਾਵਾ ਬੋਲ ਦਿੱਤਾ। ਇਸ ਸਮੇਂ ਸਰਫਰਾਜ਼ ਖਾਂ ਪੂਰੀ ਤਰ੍ਹਾਂ ਹਾਰ ਗਿਆ। ਸਰਦਾਰ ਚੜ੍ਹਤ ਸਿੰਘ ਨੇ ਉਸ ਨੂੰ ਸਣੇ ਹਾਰੇ ਹੋਏ ਸਿਪਾਹੀਆਂ ਚਲੇ ਜਾਣ ਦੀ ਆਗਿਆ ਦੇ ਦਿੱਤੀ ਕਿ ਆਪ ਕਿਲਾ ਰੋਹਤਾਸ ਉੱਤੇ ਕਬਜ਼ਾ ਕਰ ਲਿਆ, ਭਾਵ ਕਿ ਇਹਨਾਂ ਨੂੰ ਜਿਹੜਾ ਵਾ ਛੱਡ ਦਿੱਤਾ। ਇੰਨੀ ਜਿਹੜੀ ਆ ਨਿਮਰਤਾ ਵਿਖਾਈ ਕਿ ਇਹਨਾਂ ਨੂੰ ਜਿੱਤਿਆਂ ਹੋਇਆਂ ਨੂੰ ਸਿੰਘਾਂ ਨੇ ਇਹਨਾਂ ਨੂੰ ਜਿੱਤ ਲਿਆ। ਜਦੋਂ ਇਹਨਾਂ ਤੇ ਜਿੱਤ ਪ੍ਰਾਪਤ ਕਰ ਲਈ ਤੇ ਫਿਰ ਇਹਨਾਂ ਨੂੰ ਛੱਡ ਦਿੱਤਾ ਕਿ ਤੁਸੀਂ ਚਲੇ ਜਾਓ, ਪਰ ਆਪ ਜਿਹੜਾ ਵਾ ਸਿੱਖਾਂ ਨੇ ਰੋਹਤਾਸ ਦੇ ਕਿਲੇ ਉੱਤੇ ਜਿਹੜਾ ਵਾ ਉਹ ਕਬਜ਼ਾ ਕਰ ਲਿਆ। ਹੁਣ ਜਦ ਅਬਦਾਲੀ ਆਇਆ ਸੀ ਨਾ, ਉਸਨੇ ਕਸ਼ਮੀਰ ਦੇ ਸੂਬੇਦਾਰ ਸਰ ਬੁਲੰਦ ਖਾਂ ਵਾਸਤੇ ਆਪਣੀ ਮਦਦ ਭੇਜੀ ਸੀ ਤੇ ਮਦਦ ਲਈ ਬੁਲਾਇਆ ਸੀ ਇਹਨੂੰ। ਅਬਦਾਲੀ ਹਾਰ ਕੇ ਮੁੜ ਗਿਆ ਤਾਂ ਸਰ ਬੁਲੰਦ ਖਾਂ ਨੇ ਵੀ 12,000 ਫੌਜ ਸਣੇ ਆ ਸਿਰ ਕੱਢਿਆ। ਸਰਦਾਰ ਚੜ੍ਹਤ ਸਿੰਘ ਨੇ ਰੋਹਤਾਸ ਤੋਂ ਉੱਠ ਕੇ ਉਸ ਉੱਤੇ ਹਮਲਾ ਕੀਤਾ। ਇਸ ਲੜਾਈ ਵਿੱਚ ਦੁਰਾਨੀ ਹਾਰ ਗਏ ਤੇ ਸਰ ਬੁਲੰਦ ਖਾਂ ਫੜਿਆ ਗਿਆ। ਉਸਦੀ ਬਹੁਤ ਸਾਰੀ ਜਿਹੜੀ ਫੌਜ ਸੀ ਉਹ ਮਾਰੀ ਗਈ। ਉਸਨੂੰ ਰੋਹਤਾਸ ਦੇ ਕਿਲੇ ਵਿੱਚ ਕੁਛ ਦਿਨ ਕੈਦ ਰੱਖਿਆ ਤੇ ਫਿਰ ਰਿਹਾ ਕਰਕੇ ਕਾਬਲ ਨੂੰ ਤੋਰ ਦਿੱਤਾ। ਦਰਿਆਟਕ ਤੇ ਜੇਹਲਮ ਦਾ ਵਿਚਲਾ ਸਾਰਾ ਇਲਾਕਾ ਜਿਹੜਾ ਸੀ ਧੰਨੀ, ਪੋਠੋਹਾਰ, ਚੱਕਵਾਲ, ਜਲਾਲਪੁਰ, ਸਈਦਪੁਰ, ਪਿੰਡ ਦਾਦਨ ਖਾਂ, ਮਿਆਣੀ, ਲੂਣ ਦੀ ਖਾਨ ਸਰਦਾਰ ਚੜ੍ਹਤ ਸਿੰਘ ਨੇ ਮੱਲ ਲਿਆ। ਉਹਨੇ ਆਪਣੇ ਵੱਲੋਂ ਸਰਦਾਰ ਬੁੱਧ ਸਿੰਘ ਤੇ ਕੌਰ ਸਿੰਘ ਨੂੰ ਇਸ ਇਲਾਕੇ ਦਾ ਫੌਜਦਾਰ ਥਾਪਿਆ। ਅਪ੍ਰੈਲ 1700 ਇਹ ਮਾਰਚ ਦੀ ਘਟਨਾ ਚੱਲੀ ਤੇ ਆਉਂਦਿਆਂ ਆਉਂਦਿਆਂ ਅਪ੍ਰੈਲ 1764 ਈਸਵੀ ਵਿੱਚ ਭੰਗੀ ਤੇ ਨਕਈ ਅਬਦਾਲੀ ਦਾ ਪਿੱਛਾ ਛੱਡ ਕੇ ਲਾਹੌਰ ਵੱਲ ਮੁੜ ਪਏ ਸਨ। ਸਰਦਾਰ ਹੀਰਾ ਸਿੰਘ ਨਕਈ ਨੇ ਇਲਾਕਾ ਨੱਕਾ ਤੇ ਲੰਮਾ ਮੱਲ ਲਿਆ। ਸਰਦਾਰ ਹਰੀ ਸਿੰਘ ਭੰਗੀ ਨੇ ਮੁਲਤਾਨ ਮੱਲਿਆ। ਇੱਥੇ ਹੀ ਬਸ ਨਹੀਂ, ਭੰਗੀਆਂ ਨੇ ਦਰਿਆ ਅਟਕ ਟੱਪ ਕੇ ਡੇਰਾ ਜਾਤ ਵੀ ਜਾ ਲੁੱਟੇ।
उधरों मुड़ भंगी मिसल ने झांगों ते हमला कर दिता। सियाल लड़ के हार गए। सरदार झंडा सिंह भंगी ने झंग, खुशाब, चनिओट ਇਹ ਜਿਹੜੇ ਇਲਾਕੇ ਸਨ ਇਹ ਮੱਲ ਲਏ ਤੇ ਆਪਣੇ ਵੱਲੋਂ ਇਲਾਕੇ ਦਾ ਫੌਜਦਾਰ ਸਰਦਾਰ ਕਰਮ ਸਿੰਘ ਦੁੱਲੂ ਨੂੰ ਬਣਾਇਆ। ਇਹ ਸਭ ਕੁਝ 3 ਕੁ ਮਹੀਨਿਆਂ ਵਿੱਚ ਹੋ ਗਿਆ। ਗੁਰਦਾਸਪੁਰ ਤੇ ਬਸ਼ਰੂਰ ਦਾ ਇਲਾਕਾ ਕਨ੍ਹਈਆ ਨੇ ਕਬਜ਼ੇ ਕਰਕੇ ਆਪਣੇ ਠਾਣੇ ਬਿਠਾ ਦਿੱਤੇ। ਪਰਗਣਾ, ਹਰਗੋਬਿੰਦਪੁਰਾ ਤੇ ਦਰਿਆ ਪਿਆਸ ਦੇ ਦੋਹੀਂ ਪਾਸੇ ਰਾਮਗੜੀਆ ਮਿਸਲ ਨੇ ਮੁਲਕ ਮੰਨ ਲਿਆ। ਦੁਆਬਾ, ਜਲੰਧਰ, ਡੱਲੇਵਾਲੀ ਤੇ ਆਹਲੂਵਾਲੀਆ ਮਿਸਲ ਨੇ ਕਬਜ਼ਾ ਕਰ ਲਿਆ। ਸ਼ਹਿਰ ਲਾਹੌਰ ਤੇ ਜਲੰਧਰ ਛੱਡ ਕੇ ਦਰਿਆ ਅਡਕ ਤੇ ਜਮਨਾ ਦੇ ਵਿਚਲਾ ਜਿਹੜਾ ਸਾਰਾ ਮੁਲਕ ਸੀ ਉਹ ਸਿੰਘਾਂ ਦੇ ਕਾਬੂ ਆ ਗਿਆ। 24 ਦਸੰਬਰ 1763 ਈਸਵੀ ਨੂੰ ਨਜੀਮੂਦੌਲਾ ਨੇ ਇੱਕ ਲੜਾਈ ਵਿੱਚ ਭਰਤਪੁਰ ਦੇ ਜਾਟ ਰਾਜਾ ਸੂਰਜਮਲ ਨੂੰ ਕਤਲ ਕਰ ਦਿੱਤਾ ਸੀ। ਉਸ ਦੇ ਪੁੱਤਰ ਜਵਾਹਰ ਮਲ ਨੇ ਬਦਲਾ ਲੈਣ ਵਾਸਤੇ ਤਿਆਰੀ ਕੀਤੀ ਤੇ ਮਰਾਠਿਆਂ ਨੂੰ ਮਦਦ ਵਾਸਤੇ ਬੁਲਾ ਲਿਆ। ਨਵੰਬਰ 1764 ਈਸਵੀ ਨੂੰ ਜਵਾਹਰ ਮਲ ਨੇ ਨਜੀਬੂਦੌਲਾ ਨੂੰ ਦਿੱਲੀ ਵਿੱਚ ਘੇਰ ਲਿਆ। ਇੱਧਰੋਂ ਬੁੱਢਾ ਦਲ ਵੀ ਸਰਦਾਰ ਜੱਸਾ ਸਿੰਘ ਆਲੂ ਦੀ ਜਥੇਦਾਰੀ ਹੇਠ ਬੂੜੀਆ ਘਾਟ ਤੋਂ ਜਮਨਾ ਟੱਪ ਪਿਆ। ਉਹਨਾਂ ਨਜੀਬੂਦੌਲਾ ਦੇ ਇਲਾਕੇ ਵਿੱਚ ਲੁੱਟ ਮਾਰ ਮਚਾ ਦਿੱਤੀ। ਹਾਫਿਜ਼ ਰਹਿਮਤ ਖਾਂ 6000 ਫੌਜ ਸਣੇ ਟਾਕਰੇ ਦੇ ਆਇਆ ਪਰ ਹਾਰ ਕੇ ਨੱਸ ਗਿਆ। ਸਿੱਖਾਂ ਨੇ ਸਾਰਾ ਇਲਾਕਾ ਲੁੱਟ ਲਿਆ। ਮਹੀਨਾ 1.5 ਮਹੀਨਾ ਦਿੱਲੀ ਦੇ ਘੇਰੇ ਨੂੰ ਹੋ ਗਿਆ ਪਰ ਲੜਾਈ ਦਾ ਫੈਸਲਾ ਕੋਈ ਨਾ ਹੋਇਆ। ਸ਼ੁਰੂ ਜਨਵਰੀ 1765 ਈਸਵੀ ਵਿੱਚ ਜਵਾਹਰ ਮਲ ਬੁੱਢੇ ਦਲ ਦੀ ਸ਼ਰਨ ਆਇਆ ਤੇ ਨਜਰਾਨਾ ਭੇਟ ਕੀਤਾ। ਵਾਹਿਗੁਰੂ। ਬੁੱਢਾ ਦਲ ਉਸ ਦੀ ਮਦਦ ਵਾਸਤੇ ਚੜ ਪਿਆ। ਜਵਾਹਰ ਮਲ ਨੇ ਸਿੰਘਾਂ ਦਾ ਡੇਰਾ ਸਬਜ਼ੀ ਮੰਡੀ ਜਿਹੜਾ ਦਿੱਲੀ ਸੀ ਉੱਥੇ ਕਰਾਇਆ। 24 ਜਨਵਰੀ ਸ਼ੁਰੂਆਤ ਜਨਵਰੀ ਵਿੱਚ ਆਏ ਸਨ ਤੇ 24 ਜਨਵਰੀ 1765 ਈਸਵੀ ਨੂੰ ਨਜੀਬੂਦੌਲਾ ਦੇ ਬਾਹਰ ਨਿਕਲ ਕੇ ਸਿੰਘਾਂ ਦੇ ਡੇਰੇ ਉੱਤੇ ਹਮਲਾ ਕੀਤਾ। ਬੜੀ ਸਖਤ ਲੜਾਈ ਹੋਈ ਤੇ ਦੋਹਾਂ ਧਿਰਾਂ ਦੇ ਕਈ ਜਿਹੜੇ ਜਵਾਨ ਸਨ, ਸਿਪਾਹੀ ਸਨ, ਉਹ ਮਾਰੇ ਗਏ ਤੇ ਨਜੀਬੂਦੌਲਾ ਫਿਰ ਜਦੋਂ ਹਮਲਾ ਕਰਨ ਤੋਂ ਬਾਅਦ ਫਿਰ ਸ਼ਹਿਰ ਦੇ ਵਿੱਚ ਜਾ ਵੜਿਆ। ਨਜੀਬੂਦੌਲਾ ਨੇ ਅਬਦਾਲੀ ਨੂੰ ਮਦਦ ਵਾਸਤੇ ਬੁਲਾ ਕੇ ਲਿਆ ਸੀ ਬੁਲਾਵਾ, ਪਰ ਉਹਦੇ ਆਉਣ ਵਿੱਚ ਦੇਰ ਹੋ ਗਈ। ਇੱਧਰ ਮਰਾਠਿਆਂ, ਸਿੱਖਾਂ ਤੇ ਜਾਟਾਂ ਨੇ ਜ਼ੋਰ ਪਾਇਆ ਤਾਂ ਨਜੀਬੂਦੌਲਾ ਨੇ ਜਵਾਹਰ ਮਲ ਨਾਲ ਸੁਲ੍ਹਾ ਕਰ ਲਈ। ਸੁਲ੍ਹਾ ਦੀ ਸਭ ਤੋਂ ਵੱਡੀ ਸ਼ਰਤ ਇਹ ਸੀ ਕਿ ਨਜੀਬੂਦੌਲਾ ਨੇ ਲੱਖਾਂ ਰੁਪਏ ਦੇ ਦਾਜ ਸਣੇ ਆਪਣੀ ਲੜਕੀ ਦਾ ਡੋਰਾ ਜਵਾਹਰ ਮਲ ਨੂੰ ਦਿੱਤਾ। ਮਗਰਲੇ ਨੇ 2 ਲੱਖ ਨਜਰਾਨਾ ਸਿੱਖਾਂ ਨੂੰ ਵਿਜਾ ਕੀਤਾ। ਇਸ ਵੇਲੇ ਤੱਕ ਅਬਦਾਲੀ ਪੰਜਾਬ ਦੀ ਹੱਦ ਅੰਦਰ ਆ ਵੜਿਆ ਸੀ। ਸਿੰਘ ਉਸਦੇ ਟਾਕਰੇ ਵਾਸਤੇ ਮਾਝੇ ਨੂੰ ਆ ਗਏ। ਪੰਜਾਬ ਉੱਤੇ ਸਿੱਖਾਂ ਨੇ ਕਬਜ਼ੇ ਦੀਆਂ ਖਬਰਾਂ ਨਜੀਬੂਦੌਲਾ ਨੂੰ ਪਤਾ ਚੱਲਿਆ ਕਿਉਂਕਿ ਪੰਜਾਬ ਉੱਤੇ ਸਿੱਖਾਂ ਦੇ ਕਬਜ਼ੇ ਦੀਆਂ ਖਬਰਾਂ ਗਈਆਂ ਤੇ ਨਜੀਬੂਦੌਲਾ ਜਿਹੜਾ ਦੂਤ ਸੀ ਮਦਦ ਵਾਸਤੇ ਪੁੱਜਾ ਤਾਂ ਅਬਦਾਲੀ ਅਖੀਰ 1764 ਈਸਵੀ ਨੂੰ ਪੰਜਾਬ ਉੱਤੇ ਚੜ੍ਹ ਆਇਆ। ਹੁਣ ਇਹ 1764 ਆ ਗਿਆ। ਇਸ ਵਿੱਚ ਦੁਬਾਰਾ ਪੰਜਾਬ ਦੇ ਉੱਤੇ ਜਿਹੜਾ ਅਬਦਾਲੀ ਦਾ 8ਵਾਂ ਹਮਲਾ, ਉਹ ਐਮਨਾਬਾਦ ਤੋਂ ਅੱਗੇ ਲੰਘਿਆ ਤਾਂ ਨਾਸਰ ਖਾਂ ਬਲੋਚ ਸਣੇ ਫੌਜ ਉਹਨੂੰ ਆ ਮਿਲਿਆ। ਇਹ ਨਾਸਰ ਖਾਂ ਬਲੋਚ ਜਿਹੜਾ ਕੁਲਾਤ ਵਾਲਾ ਹੈ, ਉਸਨੇ ਜਿਹੜਾ ਵਾ ਉਸਦੇ ਨਾਲ ਜੰਗਨਾਮਾ ਉਹਦਾ ਕਰਤਾ ਕਾਜ਼ੀ ਨੂਰ ਮੁਹੰਮਦ ਵੀ ਸੀ। ਉਹ ਦਸੰਬਰ ਵਿੱਚ ਲਾਹੌਰ ਪੁੱਜੇ। ਸਿੱਖ ਉਸਦੇ ਆਉਣ ਤੋਂ ਪਹਿਲਾਂ ਹੀ ਜੰਗਲਾਂ ਨੂੰ ਨੱਸ ਕੇ ਅਬਦਾਲੀ ਦਾ ਸਮਾਨ, ਖੁਰਾਕ ਦਾ ਡੇਰਾ ਸ਼ਹਿਰੋਂ ਬਾਹਰ ਕੀਤਾ ਸੀ।
ਜਿਸ ਦੀ ਰਾਖੀ ਅਹਿਮਦ ਖਾਨ ਤੇ ਉਹ ਰਾਮ ਖਾਨ ਕਰ ਰਹੇ ਸਨ। ਸਿੱਖਾਂ ਦੇ ਇੱਕ ਜਥੇ ਨੇ ਹਮਲਾ ਕਰਕੇ ਅਹਿਮਦ ਖਾਨ ਨੂੰ ਕਤਲ ਕਰ ਦਿੱਤਾ ਤੇ ਬਹੁਤ ਜ਼ਿਆਦਾ ਸਮਾਨ ਜਿਹੜਾ ਸੀ ਉਹ ਲੁੱਟ ਲਿਆ। ਖਬਰ ਪਾ ਕੇ ਨਾਸਰ ਖਾਂ ਬਲੋਚ ਵੀ ਆ ਪੁੱਜਾ। ਸੋ ਸਰਦਾਰ ਚੜ੍ਹਤ ਸਿੰਘ ਦੇ ਜਥੇ ਨਾਲ ਸਾਰਾ ਦਿਨ ਲੜਦਾ ਰਿਹਾ। ਰਾਤ ਪਈ ਤਾਂ ਸਿੰਘ ਜੰਗਲਾਂ ਨੂੰ ਚਾਲੇ ਪਾ ਲਏ। ਨਾਸਰ ਖਾਂ ਵਾਪਸ ਮੁੜ ਗਿਆ। ਡੇਰਾ ਲਾਹੌਰ ਛੱਡ ਕੇ ਅਬਦਾਲੀ ਨੇ ਅੰਮ੍ਰਿਤਸਰ ਤੇ ਧਾਵਾ ਬੋਲਤਾ। ਉਸਦੇ ਆਉਣ ਤੋਂ ਪਹਿਲਾਂ ਹੀ ਸਿੱਖ ਉੱਥੇ ਚਲੇ ਗਏ ਸਨ। ਕਿਲ੍ਹਾ ਰਾਮਗੜ੍ਹ ਵਿੱਚ ਕੇਵਲ 30 ਸਿੰਘ ਰਹਿ ਗਏ ਸਨ। ਜਦ ਦੁਰਾਨੀ ਫੌਜਾਂ ਨੇੜੇ ਪੁੱਜੀਆਂ, ਉਹਨਾਂ 30 ਨੇ ਸਤਿ ਸ੍ਰੀ ਅਕਾਲ, ਰਾਜ ਕਰੇਗਾ ਖਾਲਸਾ ਦੇ ਜਗਾਰੇ ਛੱਡ ਕੇ ਵੈਰੀ ਤੇ ਧਾਵਾ ਬੋਲ ਦਿੱਤਾ। ਕਿੰਨੀ ਨਿਡਰਤਾ ਤੇ ਦਲੇਰੀ ਸੀ ਉਹਨਾਂ ਸੂਰਮਿਆਂ ਵਿੱਚ, ਜੋ ਸ਼ਹੀਦੀ ਪ੍ਰਾਪਤ ਕਰਨ ਵਾਸਤੇ ਹਜ਼ਾਰਾਂ ਵੈਰੀਆਂ ਤੇ ਸਮੇਂ ਦੇ ਵੱਡੇ ਜਰਨੈਲ ਅਹਿਮਦ ਸ਼ਾਹ ਅਬਦਾਲੀ ਨਾਲ ਟਾਕਰਾ ਕਰਨ ਵਾਸਤੇ ਛਾਤੀਆਂ ਡਾਹ ਖੜੇ। ਗਿਣਤੀ ਕੇਵਲ 30 ਆ। ਉਹ 30 ਸਿੰਘ ਜਿੰਨੇ ਵੀ ਭਾਵ 30 ਸਿੰਘ ਜਿਹੜੇ ਸਨ, ਕਈਆਂ ਨੂੰ ਮਾਰ ਕੇ ਸ਼ਹੀਦ ਹੋ ਗਏ, ਪਰ ਵੈਰੀ ਦੇ ਦਿਲ ਉੱਤੇ ਸਿੱਖਾਂ ਦੀ ਬਹਾਦਰੀ ਦੀ ਮੋਹਰ ਲਾ ਗਈ। ਘੱਲੂ ਘਾਰੇ ਦਾ ਤਬਾਹ ਕੀਤਾ ਹੋਇਆ ਅੰਮ੍ਰਿਤਸਰ ਸਿੱਖਾਂ ਨੇ ਕੁਝ ਥੋੜਾ ਜਿਹਾ ਬਣਾਇਆ ਸੀ, ਜੋ ਅਬਦਾਲੀ ਨੇ ਦੁਬਾਰਾ ਤਬਾਹ ਕਰ ਦਿੱਤਾ ਤੇ ਵਾਪਸ ਲਾਹੌਰ ਆ ਗਿਆ। ਸਾਣੇ ਡੇਰੇ ਅਬਦਾਲੀ ਲਾਹੌਰੋਂ ਬਟਾਲੇ ਨੂੰ ਤੁਰਿਆ ਤੇ 15 ਦਿਨਾਂ ਵਿੱਚ 56 ਮੀਲ ਪੰਧ ਕਰਕੇ ਬਟਾਲੇ ਪੁੱਜਾ। ਉਸਨੇ ਫੌਜ ਨੂੰ ਹੁਕਮ ਦਿੱਤਾ ਕਿ ਇਹ ਮੁਲਕ ਕਾਫਰਾਂ ਦਾ ਹੈ, ਸੋ ਚੰਗੀ ਤਰ੍ਹਾਂ ਲੁੱਟੋ। ਹੁਕਮ ਦੀ ਦੇਰ ਸੀ, ਸਾਰਾ ਮੁਲਕ ਤਬਾਹ ਕਰ ਦਿੱਤਾ ਗਿਆ। ਪਿੰਡਾਂ ਦੇ ਲੋਕ ਘਰ ਘਰ ਛੱਡ ਕੇ ਪਹਾੜਾਂ ਨੂੰ ਨੱਸ ਗਏ। ਕੁਝ ਦਿਨ ਬਟਾਲੇ ਰਹਿ ਕੇ ਅਬਦਾਲੀ ਬਿਆਸ ਤੋਂ ਪਾਰ ਟੱਪਿਆ। ਉਹ ਦੁਬਾਰਾ ਜਲੰਧਰ ਵਿੱਚ ਵਜਾ ਵੜਿਆ। ਵਾਹਿਗੁਰੂ। ਉਸ ਦੀ ਹਰਾਵਲ ਫੌਜ ਉੱਤੇ ਸਿੰਘਾਂ ਆ ਹਮਲਾ ਕੀਤਾ। ਜਹਾਨ ਖਾਂ ਸਿੰਘਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਹ ਅੱਗੇ ਵਧਣ ਦੀ ਥਾਂ ਆਪਣੇ ਪੈਰਾਂ ਤੇ ਖਲੋਤਾ ਰਿਹਾ ਤੇ ਕੇਵਲ ਆਪਣਾ ਆਪ ਬਚਾਉਣ ਬਦਲੇ ਲੜਦਾ ਰਿਹਾ। ਨਾਸਰ ਖਾਂ ਬਲੋਚ ਵੀ ਉਸਦੀ ਮਦਦ ਵਾਸਤੇ ਪਹੁੰਚ ਗਿਆ, ਪਰ ਛੇਤੀ ਜਵਾਬੀ ਹਮਲਾ ਕਰਨ ਦੀ ਦਲੇਰੀ ਨਾ ਕਰ ਸਕੇ। ਸਾਰਾ ਦਿਨ ਲੜਾਈ ਹੁੰਦੀ ਰਹੀ। ਰਾਤ ਦੇ ਹਨੇਰੇ ਨੇ ਦੋਹਾਂ ਧਿਰਾਂ ਨੂੰ ਆਰਾਮ ਕਰਨ ਵਾਸਤੇ ਡੇਰਿਆਂ ਵਿੱਚ ਭੇਜ ਦਿੱਤਾ। 3 ਦਿਨਾਂ ਵਿੱਚ ਅਬਦਾਲੀ ਦੁਆਬਿਓਂ ਪਾਰ ਹੋਇਆ ਤੇ ਮਾਛੀਵਾੜੇ ਦੇ ਪੱਤਨੋਂ ਸਤਲੁਜ ਟੱਪਿਆ। ਜਦ ਉਹ ਦਰਿਆਓਂ ਪਾਰ ਹੋ ਰਿਹਾ ਸੀ, ਸਿੰਘ ਆਏ ਫੇਰ ਆ ਪਏ। ਅਬਦਾਲੀ ਨੇ ਫੌਜ ਨੂੰ ਸਖਤ ਹੁਕਮ ਦਿੱਤਾ ਕਿ ਕੋਈ ਅੱਗੇ ਵੱਧ ਕੇ ਸਿੱਖਾਂ ਉੱਤੇ ਵਾਰ ਨਾ ਕਰੇ, ਸਗੋਂ ਆਪਣੀ ਥਾਂ ਉੱਤੇ ਖਲੋ ਕੇ ਵਾਰ ਰੋਕੇ ਤੇ ਜਾਨ ਬਚਾਓ। ਦਰਿਆਓਂ ਪਾਰਲੇ ਪਾਸੇ ਰਾਤ ਕੱਟ ਕੇ ਦੁਰਾਨੀ ਪਿੰਜੌਰ ਆ ਬੈਠੇ ਤੇ ਕੁਝ ਦਿਨ ਰਹਿ ਕੇ ਫਰਵਰੀ ਦੇ ਅਖੀਰ ਵਿੱਚ ਕੁੰਜਪੁਰੇ ਆ ਡੇਰੇ ਲਾਏ। ਹੁਣ ਇਹ ਧਿਆਨ ਦੇਣਾ ਇਤਿਹਾਸ ਵੱਲ। ਕਮਾਲ ਹੈ ਨਾ, ਜਿਹੜਾ ਅਬਦਾਲੀ ਕਿਸੇ ਤੋਂ ਡਰਦਾ ਨਹੀਂ ਸੀ, ਅੱਜ ਉਹੀ ਅਬਦਾਲੀ ਡਰਦਾ ਹੋਇਆ ਲੁਕ ਰਿਹਾ। ਤੇ ਜੇ ਨਾਲ ਫੌਜ ਵੀ ਹੈ ਤੇ ਫੌਜ ਨੂੰ ਵੀ ਇਹ ਗੱਲ ਕਹਿ ਰਿਹਾ ਕਿ ਆਪਣੇ ਪੈਰਾਂ ਤੇ ਖਲੋ ਕੇ ਆਪਣੀ ਜਾਨ ਬਚਾ ਲਵੋ। ਹਮਲਾ ਕਰਕੇ ਇਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ। ਜੇ ਜਾਨ ਬਚਦੀ ਹੈ ਤੇ ਜਾਨ ਬਚਾ ਲਓ, ਪਰ ਇਹਨਾਂ ਦੇ ਨਾਲ ਜੰਗ ਨਾ ਕਰਿਓ। ਕਿੰਨੀ ਮਤਲਬ ਅੰਦਰ ਮਨ ਦੇ ਅੰਦਰ ਇੰਨਾ ਡਰ, ਇੰਨੀ ਦਹਿਸ਼ਤ ਫੈਲ ਗਈ ਸੀ ਕਿ ਹੁਣ ਇਹ ਗੱਲਾਂ ਹੋਣ ਲੱਗ ਪਈਆਂ ਕਿ ਆਪਣੀ ਜਿਹੜੀ ਆ ਉਹ ਜਾਨ ਬਚਾ ਲਵੋ, ਪਰ ਇਹਨਾਂ ਦੇ ਉੱਤੇ ਜਿਹੜਾ ਵਾ ਹਮਲਾ ਨਾ ਕਰੋ। ਦਰਿਆਓਂ ਪਾਰਲੇ ਪਾਸੇ ਰਾਤ ਕੱਟ ਕੇ ਦੁਰਾਨੀ ਪਿੰਜੌਰ ਜਦੋਂ ਆ ਕੇ ਬੈਠੇ ਨੇ ਕੁਝ ਦਿਨ, ਤੇ ਫਰਵਰੀ ਦੇ ਅਖੀਰ ਵਿੱਚ ਕੁੰਜਪੁਰੇ ਆ ਕੇ ਡੇਰੇ ਲਾਏ ਤੇ ਉਸਨੂੰ ਪਤਾ ਲੱਗਾ ਕਿ ਉਸ ਨੂੰ ਉਡੀਕ ਕੇ ਨਜੀਬੂਦੌਲਾ ਜਵਾਹਰ ਮੱਲ ਨਾਲ ਸੁਲ੍ਹਾ ਕਰ ਚੁੱਕਾ ਹੈ। ਸੋ ਅਬਦਾਲੀ ਅੱਗੇ ਜਾਣ ਦੀ ਥਾਂ ਵਾਪਸ ਸਰਹੰਦ ਆ ਬੈਠਾ। ਅਬਦਾਲੀ ਨੇ ਮਲੇਰਕੋਟਲੀਏ ਬੁਲਾਏ ਕਿ ਸਰਹੰਦ ਦੀ ਸੂਬੇਦਾਰੀ ਸੰਭਾਲੋ, ਪਰ ਸਿੱਖਾਂ ਤੋਂ ਡਰਦਾ ਸਰਹੰਦ ਦਾ ਹਾਕਮ ਕੋਈ ਨਾ ਬਣੇ। ਫਿਰ ਉਸਨੇ ਸਰਦਾਰ ਆਲਾ ਸਿੰਘ ਪਟਿਆਲਾ ਨੂੰ ਬੁਲਾ ਕੇ ਸਰਹੰਦ ਦੀ ਸੂਬੇਦਾਰੀ ਦਿੱਤੀ। 3.5 ਲੱਖ ਸਾਲ ਦਾ ਖਰਾਜ ਪੱਕਾ ਹੋਇਆ ਤੇ ਪਹਿਲੇ ਸਾਲ ਦਾ ਖਰਾਜ ਮਾਫ਼ ਕੀਤਾ ਗਿਆ। ਨਾਲ ਹੀ ਉਸਨੂੰ ਮਹਾਰਾਜੇ ਦਾ ਖਿਤਾਬ ਤੇ ਨਗਾਰਾ ਦਿੱਤਾ।
ਅਬਦਾਲੀ ਨੇ ਠੀਕਰੀ ਵਾਲੇ ਬੁੱਢਾ ਦਲ ਕੋਲ ਵੀ ਆਪਣਾ ਰਾਜਦੂਤ ਭੇਜਿਆ ਕਿ ਇਹ ਮੰਨ ਲਵੋ ਤੇ ਮੁਲਕ ਸੰਭਾਲੋ, ਪਰ ਇਹ ਸ਼ਰਤ ਮੰਨਣ ਵਾਸਤੇ ਤਿਆਰ ਨਾ ਹੋਏ। ਇੱਥੇ ਜ਼ਿਕਰਯੋਗ ਹੈ ਕਿ ਸਰਦਾਰ ਆਲਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦੀ ਈਨ ਮੰਨ ਕੇ ਸਰਹੱਦ ਦੀ ਸੂਬੇਦਾਰੀ ਲੈ ਲਈ ਸੀ। ਇਸ ਗੱਲੋਂ ਪੰਥ ਨੇ ਨਾਰਾਜ਼ ਹੋ ਕੇ ਪਟਿਆਲੀਏ ਤੇ ਹਮਲਾ ਕਰ ਦਿੱਤਾ। ਇਸ ਲੜਾਈ ਵਿੱਚ ਸਰਦਾਰ ਹਰੀ ਸਿੰਘ ਭੰਗੀ ਮਾਰਿਆ ਗਿਆ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਖਾਨਾ ਜੰਗੀ ਤੋਂ ਡਰਦੇ ਵਿੱਚ ਪੈ ਕੇ ਸੁਲ੍ਹਾ ਕਰਾ ਦਿੱਤੀ ਤੇ ਸਰਦਾਰ ਆਲਾ ਸਿੰਘ ਨੂੰ ਇਸ ਭੁੱਲ ਬਦਲੇ ਤਨਖਾਹ ਲਾਈ ਜੋ ਸਰਦਾਰ ਆਲਾ ਸਿੰਘ ਨੇ ਪੰਥ ਪਾਸੋਂ ਬਖਸ਼ਾ ਲਈ ਸੀ। ਇਹ ਮੈਂ ਆਪ ਜੀ ਨੂੰ ਤਾਂ ਜ਼ਿਕਰ ਕਰਵਾਇਆ ਕਿਉਂਕਿ ਆਲਾ ਸਿੰਘ ਨੇ ਅਬਦਾਲੀ ਦੀ ਈਨ ਮੰਨੀ ਸੀ ਤੇ ਆਖਰ ਫਿਰ ਇਹ ਜਿਹੜੀ ਉਹ ਤਨਖਾਹ ਲਵਾ ਕੇ ਆਪਣੀ ਭੁੱਲ ਵੀ ਬਖਸ਼ਾਈ ਸਰਦਾਰ ਆਲਾ ਸਿੰਘ ਨੇ। ਸੋ ਇਸ ਤਰ੍ਹਾਂ ਜਦੋਂ ਠੀਕਰੀ ਵਾਲੀਏ ਬੁੱਢਾ ਦਲ ਕੋਲ ਵੀ ਆਪਣਾ ਰਾਜਦੂਤ ਭੇਜਿਆ ਅਬਦਾਲੀ ਨੇ, ਈਨ ਮੰਨ ਲਵੋ, ਮੁਲਕ ਸੰਭਾਲ ਲਵੋ, ਪਰ ਸਿੰਘ ਕਿੱਥੇ ਈਨ ਮੰਨਦੇ ਨੇ। ਜਿਸ ਖਾਲਸੇ ਨੂੰ ਨਿਆਰਾਪਣ ਮਿਲਿਆ ਹੋਵੇ ਉਸ ਨਿਆਰਾਪਣ ਛੱਡ ਕੇ ਤੇ ਕਿਸ ਤਰ੍ਹਾਂ ਕਿਸੇ ਦੀ ਗੁਲਾਮੀ ਕਰ ਸਕਦਾ। ਸੋ ਸਰਹੰਦ ਆਲਾ ਸਿੰਘ ਦੇ ਮੱਥੇ ਮੜ ਕੇ ਅਬਦਾਲੀ ਕਾਬਲ ਨੂੰ ਤਿਆਰ ਹੋ ਪਿਆ। ਇਸ ਹਮਲੇ ਵਿੱਚ ਉਸਨੇ ਕਿਤੇ ਵੀ ਅੱਗੇ ਵੱਧ ਕੇ ਸਿੱਖਾਂ ਉੱਤੇ ਹਮਲਾ ਨਹੀਂ ਕੀਤਾ, ਸਗੋਂ ਜਾਨ ਬਚਾਉਂਦਾ ਰਿਹਾ ਤੇ ਸਿੱਖਾਂ ਦੇ ਵਾਰ ਰੋਕਦਾ ਰਿਹਾ। ਉਹ ਸਮਝ ਗਿਆ ਸੀ ਕਿ ਸਿੱਖਾਂ ਦੇ ਟਾਕਰੇ ਦੀ ਉਸ ਵਿੱਚ ਸ਼ਕਤੀ ਨਹੀਂ ਰਹੀ। ਉਹ ਮਾਰਚ 1765 ਈਸਵੀ ਰੋਪੜ ਕੋਲੋਂ ਦਰਿਆ ਸਤਲੁਜ ਟੱਪਿਆ। ਅੱਗੇ ਬੁੱਢਾ ਦਲ ਤੇ ਤਰਨਾ ਦਲ ਰਲ ਕੇ ਉਸਦਾ ਰਾਹ ਰੋਕੀ ਖਲੇ ਸਨ। ਦੁਰਾਨੀ ਅਜੇ ਮੀਲ ਵੀ ਅੱਗੇ ਨਹੀਂ ਸਨ ਵਧੇ ਜਾਂ ਸਿੱਖਾਂ ਨੇ ਸਾਹਮਣੇ ਪਾਸਿਓਂ ਉਹਨਾਂ ਤੇ ਹਮਲਾ ਕਰ ਦਿੱਤਾ। ਦੁਰਾਨੀ ਫੌਜ ਦੇ ਜਰਨੈਲ ਸ਼ਾਹ ਵਲੀ ਖਾਂ, ਜਹਾਨ ਖਾਂ, ਸ਼ਾਹ ਪਸੰਦ ਖਾਂ ਤੇ ਨਾਸਰ ਖਾਂ ਸਨ ਤੇ ਖਾਲਸਾ ਫੌਜ ਦੇ ਪ੍ਰਸਿੱਧ ਸਰਦਾਰ ਜੱਸਾ ਸਿੰਘ ਆਲੂ, ਜੱਸਾ ਸਿੰਘ ਰਾਮਗੜੀਆ, ਚੜ੍ਹਤ ਸਿੰਘ ਸ਼ੁਕਰ ਚੱਕੀਆ, ਝੰਡਾ ਸਿੰਘ, ਲਹਿਣਾ ਸਿੰਘ, ਜੈ ਸਿੰਘ, ਹਰੀ ਸਿੰਘ ਭੰਗੀ, ਗੁਲਾਬ ਸਿੰਘ ਤੇ ਗੁੱਜਰ ਸਿੰਘ ਸਨ। ਅਬਦਾਲੀ ਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਕਿ ਕੋਈ ਸਿਪਾਹੀ ਆਪਣੇ ਥਾਂ ਤੋਂ ਨਾ ਹਿੱਲੇ। ਸਿੱਖਾਂ ਨੇ ਅਬਦਾਲੀ ਦੇ ਸੱਜੇ ਪਾਸੇ ਉੱਤੇ ਬੜਾ ਜ਼ੋਰ ਪਾਇਆ। ਅਬਦਾਲੀ ਨੇ ਨਾਸਰ ਖਾਂ ਨੂੰ ਉਸ ਪਾਸੇ ਭੇਜਿਆ। ਸਰਦਾਰ ਚੜ੍ਹਤ ਸਿੰਘ ਨੇ ਉਸ ਨੂੰ ਵੰਗਾਰਿਆ। ਨਾਸਰ ਖਾਂ ਅੱਗੇ ਵਧਿਆ ਤਾਂ ਸਰਦਾਰ ਚੜ੍ਹਤ ਸਿੰਘ ਦਾ ਜਥਾ ਮੈਦਾਨ ਛੱਡ ਕੇ ਭੱਜ ਉੱਠਿਆ। ਨਾਸਰ ਖਾਂ ਇਸ ਚਾਲ ਦਾ ਜਾਣੂ ਨਹੀਂ ਸੀ। ਉਹ ਆਪਣੀ ਫੌਜ ਲੈ ਕੇ ਸਿੰਘਾਂ ਦੇ ਮਗਰ ਵਧਿਆ। ਉਹ ਅਬਦਾਲੀ ਦੀ ਫੌਜ ਤੋਂ ਜ਼ਰਾ ਦੂਰ ਹੋਇਆ ਤਾਂ ਸਰਦਾਰ ਚੜ੍ਹਤ ਸਿੰਘ ਨੇ ਭੌਂ ਕੇ ਉਸ ਉੱਤੇ ਹਮਲਾ ਕਰ ਦਿੱਤਾ। ਨਾਸਰ ਖਾਂ ਸਿੰਘਾਂ ਦੇ ਕਾਬੂ ਆ ਗਿਆ। ਉਸ ਦੀ ਕਿਸਮਤ ਚੰਗੀ ਸੀ ਕਿ ਉਹ ਜਾਨ ਬਚਾ ਕੇ ਅਬਦਾਲੀ ਦੀ ਫੌਜ ਨਾਲ ਆ ਮਿਲਿਆ, ਪਰ ਉਹਦੀ ਫੌਜ ਦਾ ਸਾਰਾ ਹਿੱਸਾ ਸਿੰਘਾਂ ਦੀ ਤਲਵਾਰ ਦੀ ਭੇਟਾ ਚੜ੍ਹ ਗਿਆ। ਇੱਧਰੋਂ ਦੁਰਾਨੀ ਅਜੇ ਸੰਭਲੇ ਹੀ ਸਨ ਜਾਂ ਸਿੰਘਾਂ ਦੀ ਦੂਜੀ ਮਿਸਲ ਨੇ ਦੂਜੇ ਪਾਸਿਓਂ ਹਮਲਾ ਕਰ ਦਿੱਤਾ। ਰਾਤ ਪਈ, ਹਨੇਰਾ ਹੋ ਗਿਆ ਤਾਂ ਲੜਾਈ ਬੰਦ ਹੋ ਗਈ। ਅਗਲੇ ਦਿਨ ਅਬਦਾਲੀ 3 ਮੀਲ ਹੀ ਗਿਆ ਸੀ। ਸਿੰਘਾਂ ਨੇ ਤਿੰਨਾਂ ਪਾਸਿਆਂ ਤੋਂ ਹਮਲਾ ਕਰ ਦਿੱਤਾ। ਅੱਗੇ ਸਿੰਘ ਅਬਦਾਲੀ ਦੀ ਫੌਜ ਦੇ ਪਿਛਲੇ ਹਿੱਸੇ ਉੱਤੇ ਹਮਲਾ ਕਰਦੇ ਹੁੰਦੇ ਸਨ ਤੇ ਟਾਕਰਾ ਕਰਨ ਦੀ ਥਾਂ ਲੁੱਟ ਮਾਰ ਕੇ ਭੱਜ ਜਾਂਦੇ ਸਨ, ਪਰ ਇਸ ਵਾਰ ਉਹ ਦੁਰਾਨੀਆਂ ਦਾ ਅੱਗੋਂ ਰਾਹ ਰੋਕ ਕੇ ਖਲੋਤੇ ਸਨ ਤੇ ਵੰਗਾਰ ਕੇ ਆਪ ਹਮਲਾ ਕਰਦੇ ਸਨ। ਉਹ ਸਾਹਮਣੇ ਪਾਸਿਓਂ ਤੇ ਸੱਜੇ ਖੱਬੇ ਤੋਂ ਹਮਲਾ ਕਰਦੇ ਕਿ ਅਬਦਾਲੀ ਅੱਗੇ ਤੁਰ ਨਾ ਸਕੇ। ਇੱਕ ਮਿਸਲ ਦੂਰੋਂ ਘੋੜੇ ਭਜਾ ਕੇ ਆਉਂਦੀ ਤੇ ਆਪਣੀਆਂ ਭਰੀਆਂ ਹੋਈਆਂ ਬੰਦੂਕਾਂ ਖਾਲੀ ਕਰਕੇ ਪਿੱਛੇ ਹਟ ਜਾਂਦੀ। ਉਹਦੀ ਥਾਂ ਦੂਜੀ ਮਿਸਲ ਦੇ ਸਿਪਾਹੀ ਆ ਜਾਂਦੇ ਤੇ ਗੋਲੀਆਂ ਚਲਾ ਕੇ ਪਿੱਛੇ ਹਟ ਜਾਂਦੇ। ਉਹਨਾਂ ਦੀ ਥਾਂ ਤੀਜੀ ਮਿਸਲ ਆ ਮਿਲਦੀ। ਇਸੇ ਤਰ੍ਹਾਂ ਸਾਰਾ ਦਿਨ ਇਹ ਜੰਗ ਚੱਲਦੀ ਰਹੀ। ਸਿੱਖ ਸਰਦਾਰ ਦੁਰਾਨੀ ਜਰਨੈਲਾਂ ਨੂੰ ਅੱਗੇ ਵੱਧ ਕੇ ਲੜਨ ਵਾਸਤੇ ਲਲਕਾਰਦੇ, ਪਰ ਉਹ ਇਸ ਲਲਕਾਰੇ ਨੂੰ ਪਾਣੀ ਵਾਂਗ ਪੀ ਜਾਂਦੇ ਤੇ ਇੱਕ ਕਦਮ ਵੀ ਅੱਗੇ ਵਧਣ ਦੀ ਹਿੰਮਤ ਨਾ ਕਰਦੇ। ਉਹ ਸੁੱਖਾਂ ਸੁੱਖਦੇ ਕਿ ਅੱਲਾ ਛੇਤੀ ਰਾਤ ਪਾ ਦੇਵੇ ਤਾਂ ਸਿੱਖਾਂ ਦੇ ਹੱਥੋਂ ਛੁਟਕਾਰਾ ਮਿਲੇ। ਇਸ ਤਰ੍ਹਾਂ 7 ਦਿਨ
रोज लड़ाई हुंदी रही। ਨੂਰ ਮਹਿਲ ਤੇ ਕਪੂਰਥਲੇ 2 ਲੜਾਈਆਂ ਬੜੀਆਂ ਭਾਰੀਆਂ ਹੋਈਆਂ। ਕਪੂਰਥਲੇ ਤੋਂ ਲਾਹੌਰ ਦਾ ਰਾਹ ਛੱਡ ਕੇ ਅਬਦਾਲੀ ਬਟਾਲੇ ਨੂੰ ਉਤਰਿਆ। ਬਟਾਲੇ ਕੋਲ ਸਰਦਾਰ ਜੱਸਾ ਸਿੰਘ ਆਲੂ, ਸਰਦਾਰ ਹਰੀ ਸਿੰਘ ਭੰਗੀ, ਸਰਦਾਰ ਬਘੇਲ ਸਿੰਘ ਦੀ ਜਥੇਦਾਰੀ ਹੇਠਾਂ 30,000 ਸਿੰਘਾਂ ਨੇ ਆ ਹੱਲਾ ਕੀਤਾ। ਇੱਥੋਂ ਪੂਰੀ ਤਰ੍ਹਾਂ ਹਾਰ ਕੇ ਅਬਦਾਲੀ ਰਾਵੀ ਜਾ ਟੱਪਿਆ। ਰਾਵੀਓਂ ਪਾਰ ਸਿੰਘਾਂ ਨੇ ਫਿਰ ਹਮਲਾ ਜਾ ਕੀਤਾ। ਮੁੱਕਦੀ ਗੱਲ ਕਿ ਸਿੰਘ ਗੁਜਰਾਤ ਤੱਕ ਅਬਦਾਲੀ ਨੂੰ ਤੋਰ ਕੇ ਆਏ। ਮੁੜਦੀ ਵਾਰੀ ਅਬਦਾਲੀ ਲਾਹੌਰ ਨਹੀਂ ਰੁਕ ਗਿਆ। ਮਾਰਚ ਦੇ ਅਖੀਰ ਵਿੱਚ ਅਬਦਾਲੀ ਰੋਹਤਾਸ ਜਾ ਪੁੱਜਾ ਤੇ ਸਿੱਖ ਵਿਸਾਖੀ ਮਨਾਉਣ ਵਾਸਤੇ ਅੰਮ੍ਰਿਤਸਰ ਨੂੰ ਮੁੜ ਆਏ। ਰੋਹਤਾਸ ਤੋਂ ਅਬਦਾਲੀ ਨੇ ਨਾਸਰ ਖਾਨ ਨੂੰ ਵਿਦਿਆ ਕੀਤਾ। ਪਹਿਲੇ ਨੇ ਮਗਰਲੇ ਨੂੰ ਚਨਾਹ ਤੋਂ ਲਹਿੰਦੇ ਪਾਸੇ ਦਾ ਸਾਰਾ ਮੁਲਕ ਦੇਣਾ ਚਾਹਿਆ, ਪਰ ਉਹ ਸਿੰਘਾਂ ਤੋਂ ਡਰਦਾ ਨਾ ਮੰਨਿਆ। ਉਸਨੇ ਕੋਇਟਾ ਅਬਦਾਲੀ ਤੋਂ ਮੰਗਿਆ, ਪਰ ਜੋ ਅਬਦਾਲੀ ਕੋ ਮੰਗਿਆ ਸੀ ਤੇ ਅਬਦਾਲੀ ਨੇ ਉਹ ਫਿਰ ਪ੍ਰਵਾਨ ਕਰ ਲਿਆ। ਇੱਥੋਂ ਅਬਦਾਲੀ ਕਾਬਲ ਦੇ ਤੇ ਨਾਸਰ ਖਾਂ ਕੁਲਾਤ ਦੇ ਰਾਹ ਪੈ ਗਿਆ। ਜੰਗਨਾਮੇ ਦੇ ਕਰਤਾ ਕਾਜੀ ਨੂਰ ਮੁਹੰਮਦ ਦੀ ਲਿਖਤ ਉਹਦੇ ਅਨੁਸਾਰ ਹਮਲੇ ਸਮੇਂ ਸਿੱਖ ਸਰਦਾਰਾਂ ਨੇ ਜਿਹੜੇ ਕਬਜ਼ੇ ਕੀਤੇ ਸਨ ਇਹਨਾਂ ਇਲਾਕਿਆਂ ਦੇ ਉੱਤੇ, ਚਨਿਓਟ ਸਰਦਾਰ ਝੰਡਾ ਸਿੰਘ ਭੰਗੀ ਦੇ ਕਬਜ਼ੇ ਵਿੱਚ ਸੀ, ਝੰਗ ਸਰਦਾਰ ਹਰੀ ਸਿੰਘ ਭੰਗੀ ਦੇ, ਵਰਪਾਲ ਕਰਮ ਸਿੰਘ ਦੇ, ਪੜਚੋਲ ਮਾਫ ਕਰਨਾ ਪੜੋਲ ਇਹ ਜੈ ਸਿੰਘ ਦੇ ਕਬਜ਼ੇ ਵਿੱਚ ਸੀ, ਕਲਾਨੌਰ ਜੱਸਾ ਸਿੰਘ ਰਾਮਗੜੀਏ ਦੇ, ਜਲੰਧਰ ਜੱਸਾ ਸਿੰਘ ਆਹਲੂਵਾਲੀਏ ਦੇ, ਤੇ ਬਟਾਲਾ ਜੱਸਾ ਸਿੰਘ ਰਾਮਗੜੀਏ ਦੇ। ਵਣੀਕੇ ਗੁੱਜਰ ਸਿੰਘ ਦੇ, ਲਹਿਣਾ ਸਿੰਘ ਦੇ। ਇਹ ਦੋਨਾਂ ਨੇ ਵਣੀਕੇ ਨੂੰ ਜਿਹੜਾ ਵਾ ਇਹਦੇ ਉੱਤੇ ਕਬਜ਼ਾ ਕੀਤਾ। ਪਿੰਡ ਸੈਯਦਾਂ ਤੇ ਚਮਿਆਰੀ ਅਗੜ ਸਿੰਘ ਤੇ ਸਾਵਲ ਸਿੰਘ ਦੇ, ਇਹਨਾਂ ਦੋਵਾਂ ਨੇ ਇਹਨਾਂ ਤੇ ਕਬਜ਼ਾ ਕੀਤਾ। ਦੀਨਾਨਗਰ ਵਸਾਵਾ ਸਿੰਘ, ਰੋਹਤਾਸ ਚੜਤ ਸਿੰਘ, ਦੀਪਾਲਪੁਰ ਨਥਾ ਸਿੰਘ, ਸਰਹਿੰਦ ਲਾਹੌਰ ਮੁਲਤਾਨ ਤੇ ਡੇਰਾ ਜਾਤ ਤੱਕ ਇਹ ਸਾਰੇ ਦਾ ਸਾਰਾ ਮੁਲਕ ਜਿਹੜਾ ਸੀ ਸਿੱਖਾਂ ਨੇ ਮੱਲਿਆ ਹੋਇਆ ਸੀ। ਇਹ ਇਲਾਕੇ ਅਬਦਾਲੀ ਦੇ ਆਉਣ ਤੋਂ ਪਹਿਲਾਂ ਸਿੱਖਾਂ ਦੇ ਕੋਲ ਸਨ। ਉਸਦੇ ਮੁੜਨ ਪਿੱਛੋਂ ਉਹਨਾਂ ਬਾਕੀ ਮੁਲਕ ਵੀ ਮੱਲ ਲਿਆ। ਸੋ ਇਸ ਤਰ੍ਹਾਂ ਸਿੰਘਾਂ ਤੇ ਸਿੱਖਾਂ ਦੇ ਮਾਫ ਕਰਨਾ ਸਿੱਖਾਂ ਦੇ ਤੇ ਅਬਦਾਲੀ ਦੇ ਵਿਚਾਰ ਪੂਰੀ ਮੁੱਠਭੇੜ ਹੋਈ। ਹੁਣ ਅਬਦਾਲੀ ਦਾ ਪਿੱਛਾ ਛੱਡ ਕੇ ਸਿੱਖ ਅੰਮ੍ਰਿਤਸਰ ਵਿਸਾਖੀ ਮਨਾਉਣ ਵਾਸਤੇ ਆ ਇਕੱਠੇ ਹੋਏ, ਜੋ 10 ਅਪ੍ਰੈਲ 1765 ਈਸਵੀ ਨੂੰ ਇਹ ਦੀਵਾਲੀ ਵਿਸਾਖੀ ਸੀ। ਸਿੱਖਾਂ ਸਮਝ ਲਿਆ ਸੀ ਕਿ ਹੁਣ ਅਬਦਾਲੀ ਨਾਲੋਂ ਤਕੜੇ ਹਨ ਤੇ ਜੇ ਅਬਦਾਲੀ ਨੇ ਫਿਰ ਹਮਲਾ ਕੀਤਾ ਤਾਂ ਉਸਨੂੰ ਸ਼ਖਸਤ ਭਾਵ ਉਹਦੇ ਨਾਲ ਲੜਾਈ ਕਰ ਸਕਣਗੇ। 1 ਮਹੀਨਾ ਸਿੱਖ ਅੰਮ੍ਰਿਤਸਰ ਰਹੇ। ਅਬਦਾਲੀ ਦੇ ਢਾਏ ਹੋਏ ਗੁਰਦੁਆਰੇ ਫਿਰ ਬਣਾਏ। ਸਾਰੇ ਸਰਦਾਰਾਂ ਨੇ ਗੁਰਮਤਾ ਕੀਤਾ ਤੇ ਸਾਰੇ ਮੁਲਕ ਉੱਤੇ ਕਬਜ਼ਾ ਕੀਤਾ। ਅਰਦਾਸਾਂ ਸੋਧ ਕੇ ਸਾਰੇ ਸਰਦਾਰ ਆਪੋ ਆਪਣੇ ਇਲਾਕੇ ਉੱਤੇ ਕਬਜ਼ਾ ਕਰਨ ਵਾਸਤੇ ਤੁਰ ਪਏ। ਇਹ ਅਰਦਾਸ ਕੀਤੀ ਕਿ ਹੁਣ ਸਾਰੇ ਮੁਲਕ ਉੱਤੇ ਅਸੀਂ ਕਬਜ਼ਾ ਕਰਨਾ ਹੈ। ਤੇ ਜਦੋਂ ਇਹ ਅਰਦਾਸ ਕੀਤੀ, ਅਰਦਾਸ ਕਰਨ ਤੋਂ ਬਾਅਦ ਜਿੰਨੇ ਵੀ ਜਥਿਆਂ ਦੇ ਸਰਦਾਰ ਸਨ ਸਾਰੇ ਸਰਦਾਰ ਆਪੋ ਆਪਣੀ ਫੌਜ ਲੈ ਕੇ ਤੇ ਵਾਪਸ ਫਿਰ ਜਿਹੜਾ ਵਾ ਉਹ ਆਪੋ ਆਪਣੇ ਇਲਾਕਿਆਂ ਵਿੱਚ ਉਹਨਾਂ ਤੇ ਕਬਜ਼ਾ ਕਰਨ ਵਾਸਤੇ ਤੁਰ ਪਏ। ਸੋ ਇਸ ਤਰ੍ਹਾਂ ਇਹ ਅਬਦਾਲੀ ਦਾ 7ਵਾਂ ਤੇ 8ਵਾਂ ਹਮਲਾ ਜੋ ਅਸੀਂ ਵਿਚਾਰਿਆ ਹੈ। ਹੁਣ ਕੱਲ ਨੂੰ ਅਸੀਂ ਸਿੱਖਾਂ ਦਾ ਜਿਹੜਾ ਲਾਹੌਰ ਉੱਤੇ ਕਬਜ਼ਾ, ਫਿਰ ਨਾਨਕਸ਼ਾਹੀ ਸਿੱਕਾ, ਲਾਹੌਰ ਦੇ 3 ਹਿੱਸੇ, ਇਹ ਤਾਜ ਜਿਹੜਾ ਵਾ ਉਹ ਇਤਿਹਾਸ ਅਸੀਂ ਜਿਹੜਾ ਕੱਲ ਨੂੰ ਵਿਚਾਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ।
ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਜੋ ਆਪ ਜੀ ਗੁਰਮਤਿ ਦੀ ਕਲਾਸ ਵਿੱਚ ਜੁੜ ਬੈਠੇ ਜੇ। ਆਸ ਹੈ ਇਸੇ ਤਰ੍ਹਾਂ ਹੀ ਆਪ ਜੀ ਲਾਹਾ ਪ੍ਰਾਪਤ ਕਰਦੇ ਰਹੋਗੇ। ਜੇ ਕੋਈ ਹੋਰ ਗੁਰਸਿੱਖ ਵੀਰ ਭੈਣ ਇਸ ਕਲਾਸ ਵਿੱਚ ਜੁੜਨਾ ਚਾਹੁੰਦਾ ਹੈ ਤੇ ਆਪ ਜੀ ਉਹਨਾਂ ਨੂੰ ਜ਼ਰੂਰ ਪ੍ਰੇਰਿਤ ਕਰਕੇ ਇਸ ਕਲਾਸ ਵਿੱਚ ਜੋੜਿਆ ਕਰੋ ਤਾਂ ਕਿ ਅਸੀਂ ਆਪਣਾ ਇਹ ਇਤਿਹਾਸ ਵੱਧ ਤੋਂ ਵੱਧ ਵਾਚ ਸਕੀਏ। ਇਹ ਜਿਹੜਾ ਇਤਿਹਾਸ ਹੈ ਇਹ ਸਿੱਖ ਰਾਜ ਜਿਹੜਾ ਵਾ ਉਹ ਬਣਿਆ ਕਿਵੇਂ। ਅਸੀਂ ਇਹ ਵਿਚਾਰ ਰਹੇ ਹਾਂ ਕਿ ਸਿੱਖ ਰਾਜ ਕਿਵੇਂ ਬਣਿਆ ਤੇ ਇਹ ਜਦੋਂ ਸਾਨੂੰ ਇਹ ਪਤਾ ਚੱਲ ਰਿਹਾ ਕਿ ਕਿਸ ਤਰ੍ਹਾਂ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ, ਆਪਣੇ ਸਿਰ ਦਿੱਤੇ, ਕਿਸ ਤਰ੍ਹਾਂ ਵੱਡੇ ਵੱਡੇ ਹਾਕਮਾਂ ਦੇ ਨਾਲ, ਅਬਦਾਲੀ ਵਰਗਿਆਂ ਦੇ ਨਾਲ ਵੀ ਮੱਥੇ ਲਾਏ ਤੇ ਅਖੀਰ ਜਿਹੜਾ ਵਾ ਸਿੱਖ ਸਫਲ ਹੋਏ ਤੇ ਇਹਨਾਂ ਨੇ ਆਪਣਾ ਰਾਜ ਸਥਾਪਿਤ ਕੀਤਾ। ਸੋ ਇਹ ਵਿਚਾਰ ਰਹੇ ਹਾਂ। ਆਉਣ ਵਾਲੇ ਦਿਨਾਂ 'ਚ ਅਸੀਂ ਸਿੱਖ ਰਾਜ ਕਿਵੇਂ ਗਿਆ ਉਹ ਵੀ ਵਿਚਾਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਅੰਤ ਗੁਰਫਤਿਹ ਦੇ ਨਾਲ ਸਾਂਝ ਬਣਾਈਏ। ਫਿਰ ਅਖੀਰ ਵਿੱਚ ਫਤਿਹ ਬੁਲਾਉਣ ਤੋਂ ਪਹਿਲਾਂ ਮੈਂ ਆਪ ਜੀ ਸਭ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।